ਅੱਧੀ ਰਾਤ ਨੂੰ ਰੱਜੋ ਦੀ ਅੱਖ ਖੁੱਲ੍ਹੀ। ਉਸਨੇ ਪਾਸਾ ਲੈਂਦਿਆਂ ਆਪਣੀ ਧੀ ਦੇ ਮੰਜੇ ਵੱਲ ਨਿਗਾਹ ਮਾਰੀ ਤਾਂ ਉਸਦੀ ਧੀ ਮੰਜੇ 'ਤੇ ਨਹੀਂ ਸੀ। ਉਹ ਉੱਠ ਕੇ ਬੈਠੀ ਹੋਈ ਸੀ। ਉਸਨੇ ਆਸੇ-ਪਾਸੇ ਵੇਖਿਆ ਪਰ ਉਸਨੂੰ ਆਪਣੀ ਧੀ ਦਿਖਾਈ ਨਾ ਦਿੱਤੀ। ਉਸਦਾ ਮਨ ਬਹੁਤ ਬੇਚੈਨ ਹੋ ਰਿਹਾ ਸੀ। ਉਸਨੇ ਬਾਥਰੂਮ ਵਿੱਚ ਵੇਖਿਆ। ਬਾਅਦ 'ਚ ਉਹ ਬਰਾਂਡੇ ਵੱਲ ਗਈ ਅਤੇ ਰਸੋਈ ਦੀ ਖਿੜਕੀ ਵਿੱਚੋਂ ਵੀ ਝਾਤੀ ਮਾਰ ਕੇ ਵੇਖਣ ਲੱਗੀ। ਰਸੋਈ ਦਾ ਦਰਵਾਜ਼ਾ ਬੰਦ ਸੀ। ਘਰ ਦੀ ਬੈਠਕ ਅਤੇ ਸਬਾਤ ਦੇ ਦਰਵਾਜ਼ੇ ਵੀ ਬੰਦ ਸਨ। ਫਿਰ ਉਹ ਪਸ਼ੂਆਂ ਵਾਲੇ ਬਰਾਂਡੇ ਵੱਲ ਗਈ। ਉਸਨੂੰ ਕੋਮਲ ਕਿਤੇ ਨਜ਼ਰ ਨਾ ਆਈ। ਉਸਨੇ ਹੌਲੀ ਜਿਹੀ ਆਵਾਜ਼ ਲਗਾਈ, ਕੋਮਲ, ਕੋਮਲ, ਪਰ ਕਿਸੇ ਪਾਸਿਓਂ ਕੋਈ ਜਵਾਬ ਨਾ ਆਇਆ। ਉਸਨੇ ਕੋਮਲ ਦੇ ਬਾਪੂ ਨੂੰ ਉਠਾਇਆ ਅਤੇ ਉਹ ਕਹਿਣ ਲੱਗੀ ਕਿ ਆਪਣੀ ਕੋਮਲ ਪਤਾ ਨਹੀਂ ਕਿੱਥੇ ਚਲੀ ਗਈ ਹੈ। ਕੋਮਲ ਦਾ ਪਿਓ ਉੱਬੜ ਵਾਹੇ ਉੱਠਿਆ ਅਤੇ 4 ਚੁਫੇਰੇ ਕੋਮਲ ਨੂੰ ਲੱਭਣ ਲੱਗਾ। ਉਸ ਤੋਂ ਬਾਅਦ ਦੋਨੋਂ ਜੀਅ ਘਰ ਦਾ ਦਰਵਾਜ਼ਾ ਖੋਲ੍ਹ ਕੇ ਗਲੀ ਵਿੱਚ ਆਏ। ਗਲੀ ਵਿੱਚ ਆਵਾਜ਼ਾਂ ਮਾਰਦੇ ਹੋਏ ਉਹ ਕੋਮਲ ਨੂੰ ਲੱਭ ਰਹੇ ਸਨ। ਪਿੰਡ ਦਾ ਮਾਹੌਲ ਅਕਸਰ ਇੱਦਾਂ ਦਾ ਹੁੰਦਾ ਹੈ ਕਿ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਆਂਢ-ਗੁਆਂਢ ਦੇ ਸਾਰੇ ਲੋਕੀ ਉੱਠ ਪਏ। ਸਾਰਾ ਆਂਢ-ਗੁਆਂਢ ਗਲੀ ਵਿੱਚ ਇਕੱਠਾ ਹੋ ਗਿਆ। ਕੋਮਲ ਦੀ ਮਾਂ ਰੋ ਰਹੀ ਸੀ ਅਤੇ ਸਾਰਿਆਂ ਨੂੰ ਕਹਿ ਰਹੀ ਸੀ ਕਿ ਸਾਡੀ ਕੋਮਲ ਪਤਾ ਨਹੀਂ ਕਿੱਥੇ ਚਲੀ ਗਈ ਹੈ। ਸਾਰਿਆਂ ਨੇ ਕੋਮਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਆਂਢ-ਗੁਆਂਢ ਦੇ ਨੌਜਵਾਨ ਮੁੰਡੇ ਅਤੇ ਬੰਦੇ ਕੋਮਲ ਨੂੰ ਲੱਭਣ ਲਈ ਪਿੰਡ ਦੀਆਂ ਵੱਖ-ਵੱਖ ਗਲੀਆਂ ਅਤੇ ਸਾਂਝੀਆਂ ਥਾਵਾਂ ਵੱਲ ਚਲੇ ਗਏ। ਸਾਰੀਆਂ ਔਰਤਾਂ ਗਲੀ ਵਿੱਚ ਇਕੱਠੀਆਂ ਹੋਈਆਂ ਇੱਕ ਦੂਜੀ ਨਾਲ ਗੱਲਾਂ ਕਰਨ ਲੱਗੀਆਂ। ਇੱਕ ਔਰਤ ਨੇ ਦੂਜੀ ਔਰਤ ਦੇ ਕੰਨ ਵਿੱਚ ਕਿਹਾ, ਦੇਖ ਭੈਣੇ, ਤੈਨੂੰ ਮੈਂ ਕਿਹਾ ਸੀ ਨਾ, ਇਹਨਾਂ ਦੀ ਕੁੜੀ ਦੇ ਲੱਛਣ ਠੀਕ ਨਹੀਂ। ਇਹ ਇੱਕ ਦਿਨ ਜ਼ਰੂਰ ਕੋਈ ਨਾ ਕੋਈ ਚੰਨ ਚੜ੍ਹਾਊਗੀ। ਦੂਜੀ ਔਰਤ ਕਹਿਣ ਲੱਗੀ, ਹਾਂ ਭੈਣੇ, ਤੂੰ ਤਾਂ ਕਿਹਾ ਸੀ, ਪਰ ਆਪਾਂ ਕਹਿ ਕੇ ਕੀ ਕਰਾਂਗੇ। ਜਿਨ੍ਹਾਂ ਦੀਆਂ ਮੁਟਿਆਰ ਧੀਆਂ ਸੀ, ਜਦੋਂ ਉਹਨਾਂ ਦੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਸਨ। ਮੁਟਿਆਰ ਕੁੜੀ ਨੂੰ ਕਾਲਜ ਭੇਜਣ ਦਾ ਕੀ ਟਾਈਮ ਅੱਜ-ਕੱਲ੍ਹ। ਕੱਪੜੇ ਲੀੜੇ ਪਾਉਣ ਦਾ ਕੋਈ ਢੰਗ ਨਹੀਂ ਸੀ। ਨਹੀਂ ਤਾਂ ਕੁੜੀਆਂ ਨੇ ਸਲਵਾਰ ਸੂਟ ਪਾ ਕੇ ਸਿਰ 'ਤੇ ਚੁੰਨੀ ਲੈ ਕੇ ਰੱਖਦੀਆਂ ਨੇ। ਇਹਨਾਂ ਦੀ ਕੋਮਲ ਤਾਂ ਪਤਾ ਨਹੀਂ ਕੀ ਕਹਿੰਦੇ ਨੇ ਪਲਾਜੋ ਪਜਾਮੇ ਜਿਹੇ, ਉਹ ਪਾ ਕੇ ਤਾਂ ਕਾਲਜ ਜਾਂਦੀ ਸੀ ਤੇ ਫਰਾਕ ਸੂਟ ਵੀ ਪਾਉਂਦੀ ਸੀ ਤੇ ਨਾਲ ਭੀੜੀ ਜਿਹੀ ਪਜਾਮੀ ਵੀ ਪਾ ਲੈਂਦੀ ਸੀ। ਜਦੋਂ ਉਹ ਗਲੀ ਵਿੱਚੋਂ ਲੰਘਦੀ ਸੀ ਤਾਂ ਸਾਰੇ ਬੰਦੇ ਤਰ੍ਹਾਂ-ਤਰ੍ਹਾਂ ਕਰਦੇ ਸੀ। ਜਿਹੋ ਜਿਹਾ ਲੀੜਾ ਕੱਪੜਾ ਕੁੜੀਆਂ ਦੇ ਲਈ ਬਣਿਆ ਆਇਆ, ਧੀਆਂ ਪੁੱਤ ਉੱਦਾਂ ਦੇ ਹੀ ਪਾਵੇ। ਮੈਂ ਕਿੰਨੀ ਵਾਰੀ ਗੱਲੀ ਬਾਤੀ ਰੱਜੋ ਨੂੰ ਕਿਹਾ ਸੀ ਕਿ ਭੈਣੇ, ਇਉਂ ਤਾਂ ਤੇਰੀ ਮਰਜ਼ੀ ਆ, ਪਰ ਕੁੜੀਆਂ ਨੂੰ ਕਾਲਜ ਭੇਜਣ ਦਾ ਸਮਾਂ ਹੈ ਨਹੀਂ ਅੱਜ-ਕੱਲ੍ਹ। ਰੱਜੋ ਤਾਂ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦੀ। ਆਖਦੀ ਸੀ, ਇਹ ਮੇਰੀ ਧੀ ਨਹੀਂ, ਮੇਰਾ ਪੁੱਤ ਆ, ਮੇਰਾ ਨਾਮ ਰੋਸ਼ਨ ਕਰੇਗੀ। ਕਰ ਦਿੱਤਾ ਨਾਮ ਰੋਸ਼ਨ, ਭੱਜ ਗਈ ਕਿਸੇ ਨਾਲ। ਭਾਵੇਂ ਕਿ ਉਹ ਹੌਲੀ-ਹੌਲੀ ਬੋਲ ਰਹੀਆਂ ਸਨ, ਪਰ ਉਹਨਾਂ ਦੀਆਂ ਇਹ ਗੱਲਾਂ ਰੱਜੋ ਦੇ ਕੰਨਾਂ ਵਿੱਚ ਜ਼ਰੂਰ ਪੈ ਗਈਆਂ ਸਨ। ਰੱਜੋ ਬੋਲੇ ਵੀ ਤਾਂ ਕੀ ਬੋਲੇ, ਉਸਨੇ ਤਾਂ ਚੁੱਪ ਰਹਿਣਾ ਹੀ ਸਹੀ ਸਮਝਿਆ। ਇੰਨੇ ਨੂੰ ਪਿੰਡ ਦੇ ਕੁਝ ਨੌਜਵਾਨ ਮੁੰਡੇ ਗਲੀ ਵਿੱਚੋਂ ਕੋਮਲ ਨੂੰ ਲੱਭ ਕੇ ਵਾਪਸ ਮੁੜ ਆਏ, ਪਰ ਉਹਨਾਂ ਨੂੰ ਕੋਮਲ ਕਿਤੇ ਵੀ ਨਾ ਮਿਲੀ ਤੇ ਉਹ ਆ ਕੇ ਪੁੱਛਣ ਲੱਗੇ ਕਿ ਚਾਚੀ ਜੀ, ਕੋਮਲ ਤੇਰੇ ਕੋਲ ਹੀ ਸੁੱਤੀ ਸੀ ਜਦੋਂ ਤੁਸੀਂ ਸੁੱਤੇ ਸੀ, ਕਿ ਕੋਮਲ ਜਾਗਦੀ ਸੀ ਜਾਂ ਸੋ ਗਈ ਸੀ। ਰੱਜੋ ਕਹਿਣ ਲੱਗੀ, ਵੇ ਪੁੱਤ, ਸਾਡੇ ਬਰਾਂਡੇ ਵਾਲੀ ਲਾਈਟ ਖਰਾਬ ਹੋ ਗਈ ਸੀ, ਜਿਸ ਕਰਕੇ ਰੱਜੋ ਛੱਤ 'ਤੇ ਬੈਠੀ ਗਵਾਂਢੀਆਂ ਦੀ ਲਾਈਟ ਦੇ ਸਹਾਰੇ ਪੜ੍ਹ ਰਹੀ ਸੀ। ਉਸ ਦੇ ਪੇਪਰ ਚੱਲ ਰਹੇ ਹਨ, ਜਿਸ ਕਰਕੇ ਉਹ 2-3 ਘੰਟੇ ਬੈਠ ਕੇ ਪੜ੍ਹਦੀ ਹੈ। ਜਦੋਂ ਅਸੀਂ ਸੁੱਤੇ ਤਾਂ ਉਹ ਛੱਤ 'ਤੇ ਬੈਠੀ ਪੜ੍ਹ ਰਹੀ ਸੀ। 2 ਵਜੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਉਸਨੂੰ ਵੇਖਿਆ, ਪਰ ਉਹ ਮੰਜੇ 'ਤੇ ਨਹੀਂ ਸੀ। ਅਸੀਂ ਸਾਰੇ ਘਰ ਵਿੱਚ ਲੱਭ ਲਿਆ ਅਤੇ ਆਵਾਜ਼ਾਂ ਵੀ ਲਗਾਈਆਂ, ਪਰ ਉਸਨੇ ਮੇਰੀ ਕੋਈ ਆਵਾਜ਼ ਨਹੀਂ ਸੁਣੀ। ਪਹਿਲਾਂ ਤਾਂ ਕਦੇ ਬਿਨਾਂ ਦੱਸੇ ਘਰ ਤੋਂ ਕਿਤੇ ਜਾਂਦੀ ਨਹੀਂ ਸੀ, ਉਹ ਵੀ ਇੰਨੀ ਰਾਤ ਨੂੰ। ਮੇਰੀ ਧੀ ਤਾਂ ਕਾਲਜ ਜਾਣ ਤੋਂ ਬਿਨਾਂ ਕਦੇ ਘਰ ਦਾ ਬਾਰ ਨਹੀਂ ਸੀ ਟੱਪੀ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੱਥੇ ਚਲੀ ਗਈ ਹੈ। ਉਹਨਾਂ ਦੇ ਗੱਲਾਂ ਕਰਦੇ-ਕਰਦੇ ਬਾਕੀ ਸਾਰੇ ਬੰਦੇ ਵੀ ਵਾਪਸ ਮੁੜ ਆਏ ਅਤੇ ਪੁੱਛਣ ਲੱਗੇ ਕਿ ਕੋਮਲ ਮਿਲ ਗਈ। ਰੱਜੋ ਨੇ ਕਿਹਾ ਕਿ ਕੋਮਲ ਤਾਂ ਨਹੀਂ ਮਿਲੀ। ਉਸਨੂੰ ਇੰਨਾ ਕਹਿ ਕੇ ਰੱਜੋ ਉੱਚੀ-ਉੱਚੀ ਰੋਣ ਲੱਗੀ। ਸਾਰੇ ਉਸਨੂੰ ਬਾਰ-ਬਾਰ ਪੁੱਛ ਰਹੇ ਸਨ ਕਿ ਉਸਨੇ ਸਾਰੇ ਘਰ ਵਿੱਚ ਚੰਗੀ ਤਰ੍ਹਾਂ ਵੇਖ ਲਿਆ ਹੈ। ਉਹ ਕਹਿਣ ਲੱਗੀ
ਕਿ ਮੈਂ ਘਰ ਦਾ ਕੋਨਾ-ਕੋਨਾ ਫਰੋਲ ਲਿਆ। ਮੇਰੀ ਕੋਮਲ ਕਿਤੇ ਵੀ ਨਹੀਂ ਮਿਲੀ। ਮੇਰੀ ਧੀ ਤਾਂ ਸਾਡੀ ਇੱਜ਼ਤ ਨੂੰ ਦਾਗ ਲਾਉਣ ਬਾਰੇ ਸੋਚ ਵੀ ਨਹੀਂ ਸਕਦੀ। ਪਰ ਹੁਣ ਮੈਂ ਕੀ ਕਹਾਂ? ਮੇਰਾ ਤਾਂ ਦਿਲ ਵਿੱਚ ਬਹੁਤ ਬੁਰੇ ਖਿਆਲ ਆ ਰਹੇ ਨੇ। ਇਹਨਾਂ ਗੱਲਾਂ ਦੇ ਰੌਲੇ ਵਿੱਚ ਇੱਕ ਮੁੰਡੇ ਨੇ ਪੁੱਛਿਆ, ਚਾਚੀ, ਕੀ ਤੁਹਾਡੇ ਘਰ ਦਾ ਮੇਨ ਦਰਵਾਜ਼ਾ ਅੰਦਰੋਂ ਬੰਦ ਸੀ ਜਾਂ ਖੁੱਲ੍ਹਾ ਸੀ? ਰੱਜੋ ਨੇ ਕਿਹਾ ਕਿ ਸਾਡੇ ਘਰ ਨੂੰ ਤਾਂ ਅੰਦਰਲੇ ਪਾਸੇ ਜਿੰਦਰਾ ਲੱਗਿਆ ਹੋਇਆ ਸੀ, ਜਿਸ ਜਿੰਦਰੇ ਦੀ ਚਾਬੀ ਮੈਂ ਆਪਣੇ ਸਿਰਹਾਣੇ ਰੱਖਦੀ ਹਾਂ, ਅਤੇ ਹੁਣ ਵੀ ਮੈਂ ਇਹ ਜਿੰਦਰਾ ਆਪਣੇ ਸਿਰਹਾਣੇ ਚਾਬੀ ਚੱਕ ਕੇ ਖੋਲ੍ਹਿਆ ਹੈ। ਤਾਂ ਫਿਰ ਉਸ ਮੁੰਡੇ ਨੇ ਕਿਹਾ ਕਿ ਚਾਚੀ, ਜਦੋਂ ਘਰ ਦਾ ਦਰਵਾਜ਼ਾ ਹੀ ਬੰਦ ਸੀ ਤਾਂ ਫਿਰ ਕੋਮਲ ਘਰ ਤੋਂ ਬਾਹਰ ਗਈ ਕਿਵੇਂ? ਉਸਨੇ ਕਿਹਾ ਕਿ ਚਾਚੀ ਜੀ, ਤੁਹਾਡੇ ਘਰ ਦੀਆਂ ਕੰਧਾਂ ਤਾਂ ਇੰਨੀਆਂ ਵੱਡੀਆਂ ਹਨ ਕਿ ਪੌੜੀ ਤੋਂ ਬਿਨਾਂ ਕੋਈ ਕੰਧ 'ਤੇ ਚੜ੍ਹ ਨਹੀਂ ਸਕਦਾ। ਫਿਰ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਕਿ ਕੋਮਲ ਘਰ ਤੋਂ ਬਾਹਰ ਗਈ ਹੈ? ਕੀ ਤੁਸੀਂ ਉਸ ਨੂੰ ਛੱਤ 'ਤੇ ਦੇਖਿਆ ਹੈ? ਰੱਜੋ ਕਹਿਣ ਲੱਗੀ, ਨਹੀਂ ਪੁੱਤ, ਸਾਡੀ ਛੱਤ 'ਤੇ ਤਾਂ ਲੱਕੜ ਦੀ ਪੌੜੀ ਲੱਗੀ ਹੋਈ ਹੈ। ਮੇਰੇ ਤੋਂ ਕਿੱਥੇ ਉਸ ਪੌੜੀ 'ਤੇ ਚੜ੍ਹਿਆ ਜਾਂਦਾ ਹੈ। ਉਹ ਮੁੰਡਾ ਰੱਜੋ ਦੀ ਗੱਲ ਸੁਣਦੇ ਹੀ ਪੌੜੀ ਚੜ੍ਹ ਕੇ ਛੱਤ 'ਤੇ ਜਾਂਦਾ ਹੈ। ਛੱਤ 'ਤੇ ਜਾ ਕੇ ਉਹ ਆਵਾਜ਼ ਮਾਰਦਾ ਹੈ ਕਿ ਕੋਮਲ ਮਿਲ ਗਈ। ਸਾਰੇ ਬੰਦੇ ਗਲੀ ਵਿੱਚੋਂ ਰੱਜੋ ਦੇ ਘਰ ਅੰਦਰ ਆਏ ਅਤੇ ਪੁੱਛਣ ਲੱਗੇ ਕਿ ਕਿੱਥੇ ਹੈ ਕੋਮਲ? ਤਾਂ ਉਹ ਮੁੰਡਾ ਬੋਲਿਆ ਕਿ ਚਾਚੀ ਜੀ, ਕੋਮਲ ਤਾਂ ਛੱਤ 'ਤੇ ਹੀ ਸੁੱਤੀ ਪਈ ਹੈ। ਉਸਨੇ ਰੱਜੋ ਦੇ ਘਰ ਵਾਲੇ ਨੂੰ ਕਿਹਾ ਕਿ ਚਾਚੀ ਜੀ, ਤੁਸੀਂ ਉੱਪਰ ਛੱਤ 'ਤੇ ਆਓ। ਕੋਮਲ ਦੇ ਪਿਓ ਤੋਂ ਲੱਕੜ ਦੀ ਪੌੜੀ ਚੜ੍ਹਿਆ ਨਹੀਂ ਸੀ ਜਾਂਦਾ ਤੇ ਉਸਨੇ ਆਪਣੇ ਆਂਢ ਗੁਆਂਢ ਦੇ ਮੁੰਡਿਆਂ ਨੂੰ ਪੌੜੀ 'ਤੇ ਚੜ੍ਹਾਇਆ। ਉਸਨੇ ਕੋਮਲ ਕੋਮਲ ਕਹਿ ਕੇ ਆਵਾਜ਼ਾਂ ਮਾਰੀਆਂ, ਪਰ ਕੋਮਲ ਕੁਝ ਵੀ ਨਹੀਂ ਸੀ ਬੋਲ ਰਹੀ। ਜਦੋਂ ਉਹਨਾਂ ਨੇ ਕੋਮਲ ਨੂੰ ਹਲੂਣ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀ ਕੋਈ ਜਵਾਬ ਨਹੀਂ ਆਇਆ। ਉਸਨੇ ਆਵਾਜ਼ ਮਾਰੀ ਕਿ ਚਾਚੀ ਜੀ, ਕੋਮਲ ਤਾਂ ਕੋਈ ਜਵਾਬ ਹੀ ਨਹੀਂ ਦੇ ਰਹੀ, ਇਹ ਤਾਂ ਬੇਹੋਸ਼ ਹੋਈ ਪਈ ਹੈ। ਉਸਨੇ ਫਟਾਫਟ ਕੋਮਲ ਨੂੰ ਹੇਠਾਂ ਲੈ ਕੇ ਆਂਦਾ, ਉਸ ਨੂੰ ਮੰਜੇ 'ਤੇ ਲਿਟਾ ਕੇ ਪਾਣੀ ਪਿਲਾਇਆ। ਕੋਮਲ ਦੇ ਅੰਦਰ ਇੱਕ ਘੁੱਟ ਵੀ ਪਾਣੀ ਨਾ ਲੰਘਿਆ। ਕੋਮਲ ਦੀ ਮਾਂ ਰੱਜੋ ਨੇ ਦੱਸਿਆ ਕਿ ਇਹ ਪੇਪਰਾਂ ਦੀ ਚਿੰਤਾ ਵਿੱਚ ਦਿਨ ਰਾਤ ਪੜ੍ਹਦੀ ਰਹਿੰਦੀ ਹੈ ਅਤੇ ਖਾਣ ਪੀਣ ਦਾ ਰਤਾ ਜਿੰਨਾ ਵੀ ਖਿਆਲ ਨਹੀਂ ਰੱਖਦੀ। ਇੱਕ ਹਫ਼ਤੇ ਤੋਂ ਇਸ ਨੂੰ ਕਈ ਵਾਰ ਬੁਖਾਰ ਹੋ ਗਿਆ ਸੀ, ਇਸ ਲਈ ਸ਼ਾਇਦ ਭੁੱਖ ਅਤੇ ਟੈਨਸ਼ਨ ਕਰਕੇ ਇਸ ਦਾ BP ਲੋ ਹੋ ਗਿਆ। ਆਂਢ ਗੁਆਂਢ ਦੇ ਮੁੰਡੇ ਫਟਾਫਟ ਜਾ ਕੇ ਡਾਕਟਰ ਨੂੰ ਲੈ ਕੇ ਆਏ। ਡਾਕਟਰ ਨੇ ਕੋਮਲ ਦਾ ਚੈੱਕਅਪ ਕੀਤਾ ਅਤੇ ਉਸਨੇ ਦੱਸਿਆ ਕਿ ਇਸ ਨੂੰ ਬਹੁਤ ਜ਼ਿਆਦਾ ਬੁਖਾਰ ਹੈ ਅਤੇ ਇਸ ਦਾ BP ਵੀ ਬਹੁਤ ਘਟਿਆ ਹੋਇਆ ਹੈ। ਉਸ ਨੇ ਕੋਮਲ ਨੂੰ ਇੰਜੈਕਸ਼ਨ ਲਗਾਇਆ ਅਤੇ ਹਦਾਇਤ ਕੀਤੀ ਕਿ ਇਸ ਦੇ ਖਾਣ ਪੀਣ ਅਤੇ ਆਰਾਮ ਦਾ ਖਾਸ ਖਿਆਲ ਰੱਖਿਆ ਜਾਵੇ। ਡਾਕਟਰ ਕੋਮਲ ਨੂੰ ਦਵਾਈ ਦੇ ਕੇ ਚਲਾ ਗਿਆ। ਜਿਹੜੀਆਂ ਔਰਤਾਂ ਅੱਧਾ ਘੰਟਾ ਪਹਿਲਾਂ ਕੋਮਲ ਬਾਰੇ ਅਨਾਪ ਸ਼ਨਾਪ ਬੋਲ ਰਹੀਆਂ ਸਨ, ਉਹਨਾਂ ਦੇ ਤਾਂ ਜਿਵੇਂ ਦੰਦਲ ਹੀ ਪੈ ਗਈ ਹੋਵੇ। ਰੱਜੋ ਨੇ ਆਪਣੀ ਧੀ ਨੂੰ ਬੁਲਾਉਂਦੇ ਹੋਏ ਕਿਹਾ ਕਿ ਧੀਏ, ਮੈਨੂੰ ਤਾਂ ਤੇਰੇ 'ਤੇ ਪੂਰਾ ਵਿਸ਼ਵਾਸ ਸੀ, ਪਰ ਲੋਕੀ ਦੂਜੇ ਦੀਆਂ ਧੀਆਂ ਬਾਰੇ ਕੀ ਗੱਲਾਂ ਕਰ ਸਕਦੇ ਨੇ, ਇਹ ਸਾਨੂੰ ਸਮਾਂ ਆਉਣ 'ਤੇ ਪਤਾ ਲੱਗ ਹੀ ਜਾਂਦਾ ਹੈ। ਗੱਲਾਂ ਸਿਰਫ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੇ ਕਦੇ ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਫੇਰਿਆ, ਜਿਨ੍ਹਾਂ ਦੀਆਂ ਧੀਆਂ ਆਪਣੀ ਮਰਜ਼ੀ ਦੇ ਵਿਆਹ ਕਰਾ ਕੇ ਸਹੁਰੇ ਘਰ ਤੁਰ ਗਈਆਂ, ਉਹੀ ਦੂਜੇ ਦੀਆਂ ਧੀਆਂ ਬਾਰੇ ਗੱਲਾਂ ਕਰਦੇ ਨੇ। ਧੀਏ, ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਜ਼ਿੰਦਗੀ ਵਿੱਚ ਇੱਕ ਗੱਲ ਪੱਲੇ ਬੰਨ੍ਹ ਲਈ ਕਿ ਕਦੇ ਵੀ ਕਿਸੇ ਬਾਰੇ ਪੂਰਾ ਜਾਣਨ ਤੋਂ ਪਹਿਲਾਂ ਆਪਣੀ ਜ਼ਬਾਨ ਤੋਂ ਮਾੜਾ ਨਾ ਕਹੀਂ। ਇਹ ਗੱਲ ਰੱਜੋ ਆਪਣੀ ਧੀ ਨੂੰ ਨਹੀਂ, ਸਗੋਂ ਉਹਨਾਂ ਗਵਾਂਢਣਾਂ ਨੂੰ ਸੁਣਾ ਰਹੀ ਸੀ, ਜਿਹੜੀਆਂ ਅੱਧਾ ਘੰਟਾ ਪਹਿਲਾਂ ਕੋਮਲ ਨੂੰ ਗਲਤ ਹੋਣ ਦੇ ਸਰਟੀਫਿਕੇਟ ਵੰਡ ਰਹੀਆਂ ਸਨ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਉਹ ਉਸੇ ਸਮੇਂ ਉੱਥੋਂ ਖਿਸਕਦੀਆਂ ਦਿਖੀਆਂ। ਸੋ ਦੋਸਤੋ, ਇਸ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਕਿਸੇ ਦੀਆਂ ਧੀਆਂ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ। ਬਹੁਤ ਵਾਰ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਵੀ ਗਲਤ ਹੋ ਜਾਂਦਾ ਹੈ। ਇਸ ਲਈ ਪੂਰੀ ਗੱਲ ਸਮਝੇ ਬਿਨਾਂ
ਕਿਸੇ ਬਾਰੇ ਕੋਈ ਗੱਲ ਨਾ ਕਰੋ। ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।